हाँ जी की हाल चाल है ਵਧੀਆ ਪਿਆਰੇ ਸੰਦੀਪ ਭੇਜ ਗਈ ਯਾਰ ਪਿੱਛੇ ਦੇ ਪਿੱਛੇ ਪਿੱਛੇ बताइए Honorable decision that is just madam. Honorable Chief Minister and makes it difficult for the patients to cope up with the ordinary demands of life. Although the research has stated that the stigma has reduced, but still the general perception of ਅਸੀਂ ਕਿਸੇ ਵਿਅਕਤੀ ਦੀ ਟੁੱਟੀ ਹੱਡੀ ਵੈਂਦੇ ਖੂਨ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਉਸੇ ਤਰ੍ਹਾਂ ਅਸੀਂ ਕਿਸੇ ਦੀ ਮਾਨਸਿਕ ਪੀੜਾ ਨੂੰ ਨਜ਼ਰਅੰਦਾਜ਼ ठीक है सोनी हाँ ठीक है हाथ पीछे रखो ਥੈਂਕ ਯੂ ਸਾਹਮਣੇ ਸਾਡੇ ਕਾਲਜ ਦੇ ਵਿਦਿਆਰਥੀ ਪੇਸ਼ ਕਰਨ ਜਾ ਰਹੇ ਹਨ बच्चे साढ़े नाल आ जाओ ठीक है
ਆਹੋ ਸ਼ਾਮੀ ਖੇਡਣ ਗਈ ਸੀਗੀ ਘਰੋਂ ਆ ਕੇ ਆਹੋ, ਪਰ ਉਹ message ਆਇਆ ਮੈਨੂੰ। ਰਹਿਣ ਲੱਗ ਪਈ। ਲੋਕੀ ਕਹਿੰਦੇ ਨੇ ਨਾ ਤੂੰ ਵੀਜ਼ਾ ਕਰਾਇਆ। ਉਹਦਾ ਮੈਂ ਯਾਰ ਨਹੀਂ ਜਿਹੜਾ ਦਾ ਕਰਾਇਆ। ਭਰਾ ਹੈਗਾ। ਪਾਪਾ ਨੇ ਗਲਤ ਨਿਕਲਿਆ। ਹੁਣ ਤੁਸੀਂ ਦੱਸੋ ਕਿ ਕੁੜੀ ਦਾ ਕੀ ਕਰੀਏ? ਪਰਸੋਂ ਆਇਆ ਮੈਨੂੰ ਮਿਲਿਆ ਚੰਗਾ ਕੁੜੀ ਦਾ ਭਲਾ। ਨਾਮ ਕੀ ਹੈ? ਕੁੜੀ ਦਾ ਨਾਮ ਗੋਲੂ ਆ। ਗੋਲੂ ਬੇਟਾ ਬੱਚੇ ਤੇਰੇ ਨਾਲ ਦੱਸੋ ਡਾਕਟਰ ਸਾਹਿਬ ਨੂੰ ਕੀ ਹੋਇਆ ਆ? ਚੱਲ ਤੈਨੂੰ ਮੈਂ ਕਰਦਾ ਹੁਣ ਕਰ ਲਓ। ਬਿਲਕੁਲ ਨਹੀਂ ਹੈ। ਤੁਹਾਡੇ ਮੰਮੀ ਪਾਪਾ ਤੁਹਾਡੇ ਨਾਲ ਨੇ। ਦੱਸੋ ਕੀ ਹੋਇਆ? ਦੱਸੋ ਪੁੱਤ ਦੱਸੋ। ਮੈਂ ਕਿੱਥੇ ਗਈ ਸੀ? ਉੱਥੇ ਕਰਦੇ ਮੈਨੂੰ ਮੰਮੀ ਦਾ ਲੱਗ ਤੇ ਕਿ ਮੈਨੂੰ ਆਪਣੇ ਨਾਲ ਲੈ ਕੇ ਜਾਣਾ ਮੈਨੂੰ ਟੱਚ ਕੀਤਾ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਿਆ। ਹਾਏ ਰੱਬਾ ਆ ਕੀ ਹੋ ਗਿਆ ਵਾ? ਜੀ ਦੇਖੋ ਤੁਹਾਡੀ ਮੇਰੀ ਮਾਨਸਿਕ ਤੌਰ ਤੇ ਜਿਹੜੀ ਠੀਕ ਨਹੀਂ ਹੈ, ਇਹਨਾਂ ਨੂੰ ਸਾਈਕੈਟ੍ਰਿਕ ਵਾਰਡ ਦੇ ਵਿੱਚ ਐਡਮਿਟ ਕਰਨਾ ਪਏਗਾ ਤੇ ਉੱਥੇ ਇਹਨਾਂ ਨੂੰ ਕਾਉਂਸਲਿੰਗ ਜੀ ਦੇਖੋ ਉਹਦਾ ਕਾਉਂਸਲਿੰਗ ਤੇ ਡਿਪੈਂਡ ਕਰਦਾ ਹੈ ਕਿ ਬੱਚੇ ਦੇ ਮਾਈਂਡ ਤੇ ਜ਼ਿਆਦਾ ਨਹੀਂ ਘੱਟੋ ਘੱਟ 1 ਸਾਲ ਦਾ ਲੱਗੇਗਾ। ਨਾ ਨਾ ਡਾਕਟਰ ਸਾਹਿਬ ਮੈਂ ਆਪਣੀ ਕੁੜੀ ਨੇ ਇੱਥੇ ਛੱਡਣੀ ਪਹਿਲਾਂ ਵੀ ਬਾਬੇ ਕੋਲ ਛੱਡੀ ਸੀ ਉਹਦਾ ਗਲਤ ਨਿਕਲਿਆ। ਜੀ ਦੇਖੋ ਤੁਸੀਂ ਸਾਡੇ ਦੇ ਸਰਵ ਹੋ, ਤੁਸੀਂ ਹਰ ਵੀਕ ਦੇ ਵਿੱਚ ਇੱਕ ਵਾਰ ਇਹਨਾਂ ਨੂੰ ਮਿਲਣ ਆ ਸਕਦੇ ਹੋ। ਠੀਕ ਹੈ ਡਾਕਟਰ ਸਾਹਿਬ ਕੁੜੀ ਠੀਕ ਹੋ ਜੂਗੀ ਨਾ? ਹਾਂਜੀ ਜੀ ਚਲੋ ਠੀਕ ਹੈ। ਬੱਚਾ ਫਿਰ ਜਾਣੇ ਠੀਕ ਹੋਵਾਂਗੇ ਤੇ ਘਰ ਨੂੰ ਇਹਨਾਂ ਦੀਆਂ ਜੋ ਫਾਰਮੈਲਿਟੀਜ਼ ਨੇ ਸਾਰੀਆਂ ਪੂਰੀਆਂ ਹੋਣੀਆਂ। ਚਲੋ ਫਿਰ ਸਾਈਕੈਟ੍ਰਿਕ ਵਾਰਡ ਦੇ ਵਿੱਚ ਐਡਮਿਟ ਹੋ ਜਾਓ। ਉੱਪਰਲੀ ਘਰ ਚੱਲਦੀ ਉੱਪਰਲੀ ਘਰ ਸਾਹਮਣੇ ਵਿੱਚ ਚਲਦੀ ਕੁੜੀ ਆ ਮੇਰੇ ਸਾਹਮਣੇ ਜਿਹੜਾ ਕੋਲ ਪੇਸ਼ੈਂਟ ਹੈ ਨਾ ਉਹਦੀ ਰਿਕਵਰੀ ਹੋ ਚੁੱਕੀ ਹੈ। ਉਹਨੂੰ ਘਰ ਭੇਜਣ ਦੀ ਜ਼ਰੂਰਤ ਹੈ। ਉਹਨੇ ਖੁਦ ਵੀ ਬੋਲਿਆ ਕਿ ਮੈਂ ਰਿਪੋਰਟ ਵਗੈਰਾ ਵੀ ਚੈੱਕ ਕੀਤੀ ਸੀ, ਤੁਹਾਨੂੰ ਸੈਂਡ ਨਹੀਂ ਕੀਤੀਆਂ। ਮੈਂ ਉਹਨਾਂ ਦੇ ਰਿਪੋਰਟ ਸਟੱਡੀ ਵੀ ਕੀਤੀਆਂ ਸੀਗੀਆਂ। ਮੈਂ ਦੇਖਿਆ ਉਹਨਾਂ ਦੀ ਹਾਲਤ ਦੇ ਨਾਲ ਕਾਫੀ ਜ਼ਿਆਦਾ ਸੁਧਾਰ ਵੀ ਆਇਆ ਹੈ ਤੇ ਉਹਨਾਂ ਦੀ ਗਰੋਥ ਵੀ ਅੱਗੇ ਨਾਲੋਂ ਘਟੀ ਹੈ। ਆਪਾਂ ਇਹ ਕੰਮ ਕਰਦੇ ਹਾਂ, ਆਪਾਂ ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰ ਲੈਂਦੇ ਹਾਂ। ਹੈਲੋ ਹਾਂਜੀ ਮੈਂ ਗੋਲੀ ਦਾ ਪਾਪਾ ਬੋਲਦਾ ਤੁਸੀਂ ਕੌਣ? ਜੀ ਮੈਂ ਮੈਂਟਲ ਹਸਪੀਟਲ ਤੋਂ ਡਾਕਟਰ ਬੋਲ ਰਹੀ ਹਾਂ। ਹਾਂਜੀ ਜੀ ਆਪਣੀ ਧੀ ਠੀਕ ਹੋ ਗਈ ਚਲੋ ਹਾਏ ਰੱਬ ਦਾ ਸ਼ੁਕਰ ਹੈ ਭਾਗਾ ਦਾ ਦਿਨ ਜਿਹੜਾ ਸਾਡੇ ਘਰ ਅੱਗੇ ਆਇਆ ਵਾ ਮੇਰੀ ਕੁੜੀ ਚੰਗੀ ਭਲੀ ਹੋ ਗਈ ਚਲੋ ਉਹਨੂੰ ਲੈ ਕੇ ਆਉਂਦੇ ਹਾਂ ਚਲੋ ਚਲੋ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਸੀਂ ਦੋਨੇ ਮਾਂ ਪਿਓ ਆ ਹਾਂਜੀ ਜੀ ਸਾਡੀ ਕੁੜੀ ਠੀਕ ਹੋ ਗਈ ਹੁਣ ਹਾਂਜੀ ਜੀ ਹਾਂਜੀ ਠੀਕ ਹੋ ਗਈ ਹੈ। ਕੁੜੀ ਨੂੰ ਬੁਲਾ ਲਓ ਜਰਾ ਸਿਸਟਰ ਬੋਲੋ तो देखिए मैं मम्मी पापा आए हैं। ਹਾਏ ਮੇਰਾ ਬੱਚਾ ਕੀ ਹਾਲ ਹੈ ਤੇਰਾ ਠੀਕ ਆ ਤੂੰ ਠੀਕ ਆ आपकी महत्वाकांक्षा नहीं रखेगी परंतु मानसिक विकलांगता हमें जीवित बनाएगी। ਇੱਕ ਮਿੰਟ ਆਏ ਸੀ ਤੇ ਤੁਸੀਂ ਫਟਾਫਟ ਭੇਜਿਆ ਨਾਲ ਇਹਨੂੰ ਨਾ ਸੈਮੀ ਸਰਕਲ ਬਣਾ ਲਓ ਥੋੜਾ ਜਿਹਾ ਕਿਹੜਾ ਫੰਕਸ਼ਨ ਹੈ ਜੀ ਉੱਥੇ ਕੀ ਇਹਦੀ ਜਿਹੜੀ ਹੈ ਮੈਨੂੰ ਬਸ ਅਸੀਂ ਅੱਜ ਇੱਥੇ ਮੈਂਟਲ ਹਸਪੀਟਲ ਅੰਮ੍ਰਿਤਸਰ ਆਏ ਹਾਂ। ਕਹਿੰਦੀ ਆਪਣਾ ਮੈਂ ਹਰਪ੍ਰੀਤ ਕੌਰ ਰੰਧਾਵਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਅੰਮ੍ਰਿਤਸਰ ਅਲੋਂਗ ਵਿਦ ਸੀਜੀਐਮ ਸ਼੍ਰੀ ਪੁਸ਼ਪਿੰਦਰ ਸਿੰਘ ਜੀ ਸੀਜੀਐਮ ਡੀਐਲਐਸਏ ਅਸੀਂ ਅੱਜ ਮੈਂਟਲ ਹਸਪੀਟਲ ਵਿਜ਼ਿਟ ਕਰਨ ਆਏ ਹਾਂ। ਜਿੱਦਾਂ ਕਿ ਆਪਾਂ ਸਭ ਨੂੰ ਪਤਾ ਹੋਵੇਗਾ ਕਿ ਵਰਲਡ ਮੈਂਟਲ ਹੈਲਥ ਡੇ ਫਾਲ ਕਰ ਰਿਹਾ 10 ਅਕਤੂਬਰ ਨੂੰ। ਅਸੀਂ ਪੂਰਾ ਵੀਕ ਵਰਲਡ ਹੈਲਥ ਮੈਂਟਲ ਡੇ ਮਨਾ ਰਹੇ ਹਾਂ। ਉਹਦੇ ਵਿੱਚ ਅੱਜ ਅਸੀਂ ਇੱਥੇ ਇੱਕ ਸੈਮੀਨਾਰ ਕਰ ਰਹੇ ਹਾਂ ਜਿਹਦੇ 'ਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਮੈਂਟਲ ਹੈਲਥ ਅੱਜ ਕੱਲ੍ਹ ਦੀ ਸਟੇਜ ਵਿੱਚ ਕਿੰਨੀ ਜ਼ਿਆਦਾ ਜ਼ਰੂਰੀ ਹੋ ਚੁੱਕੀ ਹੈ। ਸੋ ਇਸ ਲਈ ਸਾਡੇ ਇੱਥੇ ਅੱਜ ਬਹੁਤ ਸੋਹਣਾ ਸੈਮੀਨਾਰ ਆਰਗੇਨਾਈਜ਼ ਕੀਤਾ ਹੈ ਮੈਂਟਲ ਹੈਲਥ ਹਸਪੀਟਲ ਅਥਾਰਟੀਜ਼ ਨੇ ਤੇ ਇੱਥੇ ਕੁਝ ਬੱਚਿਆਂ ਨੇ ਆਪਣੀ ਪ੍ਰੈਜੈਂਟੇਸ਼ਨਸ ਵੀ ਦੇਣੀਆਂ ਨੇ। ਬੜੇ ਅੱਛੇ ਚਾਰਟ ਬਣਾਏ ਹੋਏ ਨੇ। ਇਹਦੇ 'ਚ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਆਪਣੇ ਕਿਸੇ ਵੀ ਹੈਲਥ ਦੀ ਜੇ ਕੋਈ ਮੈਂਟਲ ਹੈਲਥ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੇ ਉਹਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਜਿੱਦਾਂ ਕਿ ਇੰਗਲਿਸ਼ 'ਚ ਕਹਿੰਦੇ ਨੇ ਨਿਪ ਦ ਈਵਲ ਇਨ ਬਡ। ਜੇ ਤੁਹਾਨੂੰ ਕੋਈ ਛੋਟੀ ਜਿਹੀ ਪ੍ਰੋਬਲਮ ਹੈ ਉਸੇ ਵੇਲੇ ਹੀ ਆਪਣੇ ਡਾਕਟਰ ਨੂੰ ਦਿਖਾ ਕੇ ਕੰਸਰਨ ਡਾਕਟਰ ਨੂੰ ਆਪਣਾ ਇਲਾਜ ਕਰਾਓ। ਇਹਦੇ ਵਿੱਚ ਕੋਈ ਸਟਿਗਮਾ ਵਾਲੀ ਜਾਂ ਕੋਈ ਧੱਬੇ ਵਾਲੀ ਗੱਲ ਨਹੀਂ ਹੈਗੀ। ਕਿਸੇ ਨੂੰ ਵੀ ਮੈਂਟਲ ਸਟ੍ਰੈਸ ਮੈਂਟਲ ਪ੍ਰੋਬਲਮ ਆ ਸਕਦੀ ਹੈ। ਮੈਂ ਐਜ਼ ਤੁਹਾਡੇ ਕੋਲ ਕਈ ਕੇਸਿਸ ਇਹ ਵੀ ਆਏ ਹੋ ਜਿਹਦੇ ਵਿੱਚ ਕਿ ਮੈਂਟਲ
ਕੋਈ ਇਹੋ ਜਿਹਾ ਕੇਸ ਕੋਈ ਹੈਂਡਲ ਕੀਤਾ ਹੋਵੇ ਜਾਂ ਕੋਈ ਆਏ ਹੋਣ ਤੁਹਾਡੇ ਕੁਝ ਦੇਖੋ ਪੂਰੇ ਕੈਰੀਅਰ ਵਿੱਚ ਇਹੋ ਜਿਹੇ ਕਾਫੀ ਕੇਸਿਸ ਆਏ ਨੇ ਜਿਹਦੇ ਵਿੱਚ ਮੈਂਟਲ ਹੈਲਥ ਠੀਕ ਨਹੀਂ ਹੁੰਦੀ, ਉਹਨੂੰ ਅਸੀਂ ਠੀਕ ਮੈਂਟਲ ਹੈਲਥ ਦੇਣ ਲਈ ਕੰਸਰਨ ਮੈਂਟਲ ਹਸਪੀਟਲ ਸਾਈਕੈਟਰਿਸਟ ਸਾਰੀਆਂ ਟ੍ਰੀਟਮੈਂਟਸ ਦਵਾਉਂਦੇ ਆ। ਕਈ ਵਾਰੀ ਅਸੀਂ ਦੇਖਿਆ ਕਿ ਸਾਡੇ ਜੇਲ੍ਹ ਵਿੱਚ ਵੀ ਕਾਫੀ ਇਨਮੇਟਸ ਜਾਂ ਕਨਵਿਕਟਸ ਹੁੰਦੇ ਨੇ ਜਿਨ੍ਹਾਂ ਦੀ ਮੈਂਟਲ ਹੈਲਥ ਖਰਾਬ ਹੋ ਜਾਂਦੀ ਹੈ, ਤਾਂ ਉਹਦੇ ਲਈ ਵੀ ਅਸੀਂ ਸਪੈਸ਼ਲਾਈਜ਼ਡ ਡਾਕਟਰਸ ਦੀ ਟੀਮ ਨਾਲ ਉਹਨਾਂ ਦੀ ਹੈਲਥ ਠੀਕ ਕਰਵਾਉਣ ਦੀ ਕੋਸ਼ਿਸ਼ ਕਰੀਦੀ ਹੈ। ਸਾਡਾ ਫ੍ਰੀ ਲੀਗਲ ਏਡ ਸੈੱਲ ਹੈਗਾ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ, ਬੀਇੰਗ ਚੇਅਰਪਰਸਨ ਜੇ ਕਿਸੇ ਨੂੰ ਕਿਸੇ ਵੀ ਮਦਦ ਦੀ ਲੋੜ ਹੈ ਉਹ ਮੇਰੇ ਕੋਲ ਆ ਸਕਦਾ ਹੈ। ਤੇ ਕਾਫੀ ਲੋਕ ਆਉਂਦੇ ਵੀ ਨੇ ਤੇ ਅਸੀਂ ਉਹਨਾਂ ਨੂੰ ਰਿਡਰੈਸ ਕਰਦੇ ਹਾਂ ਉਹਨਾਂ ਦਾ ਇਸ਼ੂ। ਮੈਂ ਜਿਹੜੇ ਕੁਐਟਸ ਵਗੈਰਾ ਜਿਹੜੇ ਡੀਲ ਕਰਦੇ ਨੇ ਜੀ ਇਹਨਾਂ ਨੇ ਕਿਸ ਤਰ੍ਹਾਂ ਡਾਕਟਰ ਦੱਸਦੇ ਸੀ ਉਹਨਾਂ ਨੂੰ ਕਿਸ ਤਰ੍ਹਾਂ ਲਾਅ ਕੀ ਕਹਿੰਦਾ ਹੈ ਕਿ ਤੁਸੀਂ ਕੋਈ ਤੁਹਾਡੇ ਕੋਲ ਕੇਸ ਆਇਆ ਜਿਹਨਾਂ ਨੂੰ ਕਮਿਟ ਕੀਤਾ ਹੋਵੇ ਤੁਸੀਂ ਇਸ ਤਰ੍ਹਾਂ। ਦੇਖੋ ਇਹ ਆਪਣੇ ਆਪਣੇ ਫੇਥ ਦੀ ਗੱਲ ਹੁੰਦੀ ਹੈ। ਜੇ ਕੋਈ ਇਸ ਤਰ੍ਹਾਂ ਦਾ ਗਲਤ ਸਟੈਪ ਲੈ ਕੇ ਪੇਸ਼ੈਂਟ ਨੂੰ ਇਲ ਟਰੀਟ ਕਰਦਾ ਹੈ ਜਾਂ ਮਿਸ ਟਰੀਟ ਕਰਦਾ ਹੈ ਤਾਂ ਉਹ ਡੈਫੀਨਿਟਲੀ ਲਾਅ ਦੇ ਕੋਲ ਆਉਂਦਾ ਤਾਂ ਲਾਅ ਟੇਕਸ ਇਟ ਵਿਦ ਹਾਰਸ਼ ਹੈਂਡਸ। ਲਾਅ ਦਾ ਕੀ ਮੈਂ ਮਤਲਬ ਡਿਫਰੈਂਟ ਸੈਕਸ਼ਨਸ ਨੇ ਜੀ, ਜਿਹੋ ਜਿਹੇ ਫੈਕਟਸ ਤੇ ਫੈਕਟਸ ਡਿਪੈਂਡ ਕਰਦਾ ਕੇਸਿਸ ਦੇ, ਜਿਹੋ ਜਿਹਾ ਕ੍ਰਾਈਮ ਕਮਿਟ ਹੁੰਦਾ ਉਹੋ ਜਿਹੀ ਲਾਅ ਪਨਿਸ਼ਮੈਂਟ ਦਿੰਦਾ ਜੀ। ਸੋ ਮੈਸੇਜ ਦੇਣਾ ਚਾਹੋਗੇ ਜੀ ਜਨਤਾ ਨੂੰ? ਇਹੀ ਮੈਸੇਜ ਦੇਣਾ ਚਾਹਾਂਗੇ ਜੀ ਕਿ ਅਸੀਂ ਜਿਹੜੀਆਂ ਵੀ ਸਕੀਮਸ ਸ਼ੁਰੂ ਕੀਤੀਆਂ ਹੋਈਆਂ ਨੇ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਉਹਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਜੇ ਕਿਸੇ ਬੰਦੇ ਨੂੰ ਲੱਗਦਾ ਹੈ ਕਿ ਉਹਦੀ ਮੈਂਟਲ ਹੈਲਥ ਠੀਕ ਨਹੀਂ ਹੈਗੀ ਉਹ ਸਾਨੂੰ ਅਪਰੋਚ ਕਰ ਸਕਦਾ ਹੈ। ਬਹੁਤ ਅੱਛਾ, ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਬਹੁਤ ਅੱਛਾ ਮੈਂਟਲ ਹਸਪੀਟਲ ਹੈਗਾ ਜਿੱਥੇ ਕਿ ਸਾਡੀ ਮੈਂਟਲ ਹੈਲਥ ਪੂਰੀ ਤੇ ਪੂਰੀ ਠੀਕ ਹੋ ਸਕਦੀ ਹੈ। ਮੈਂ ਕਿਸ ਤਰ੍ਹਾਂ ਅਪਰੋਚ ਕਰ ਸਕਦਾ ਜੀ ਆਮ ਬੰਦਾ ਜੀ ਪੈਂਦੀ? ਦੇਖੋ ਸਿੱਧਾ ਮੈਂਟਲ ਹਸਪੀਟਲ ਵੀ ਆ ਸਕਦਾ ਹੈ। ਇੱਥੇ ਡਾਇਰੈਕਟਰ ਨੇ ਉਹ ਉਹਨਾਂ ਨੂੰ ਐਡਮਿਟ ਕਰਨਗੇ ਉਹਦੀ ਕੰਡੀਸ਼ਨ ਦੇਖ ਕੇ, ਫਿਰ ਜੇ ਉਹਦੀ ਇੱਥੇ ਰਹਿਣਾ ਜ਼ਰੂਰੀ ਹੈ ਫॉर ਮੋਰ ਦੈਨ 30 ਡੇਜ਼ ਤਾਂ ਉਹ ਸਾਡੀ ਪਰਮਿਸ਼ਨ ਨਾਲ ਫਿਰ ਅੱਗੇ ਵੀ ਕਰ ਸਕਦੇ ਨੇ। ਇਟ ਵਿਲ ਡਿਪੈਂਡ ਅਪਨ ਦੀ ਕੰਡੀਸ਼ਨ ਆਫ ਦੀ ਪੇਸ਼ੈਂਟ। ਰੈਫਰੈਂਸ ਦੇ ਦਿਓ ਜੀ ਔਰ ਤੁਸੀਂ ਅੱਜ ਕੀ ਪ੍ਰੋਗਰਾਮ ਕਰਾ ਰਹੇ ਹੋ ਉਹਦੇ ਬਾਰੇ ਦੱਸੋ। ਮੈਂ ਡਾਕਟਰ ਸੁਰਿੰਦਰ ਸਿੰਘ ਡਾਇਰੈਕਟਰ ਮੈਂਟਲ ਹਸਪੀਟਲ ਅੰਮ੍ਰਿਤਸਰ। ਅੱਜ ਆਪਾਂ ਮੈਂਟਲ ਹੈਲਥ ਵੀਕ ਮਨਾ ਰਹੇ ਹਾਂ। ਵਰਲਡ ਮੈਂਟਲ ਹੈਲਥ ਡੇ ਜਿਹੜਾ ਹੈਗਾ ਜਿਹੜਾ 10 ਅਕਤੂਬਰ ਹੁੰਦਾ ਉਹ ਤੋਂ ਪਹਿਲਾਂ ਆਪਾਂ ਮੈਂਟਲ ਹੈਲਥ ਵੀਕ ਚੱਲ ਰਿਹਾ ਆ, ਉਹਦੇ ਵਿੱਚ ਆਪਾਂ ਇਹ ਅੱਜ ਇੱਕ ਪ੍ਰੋਗਰਾਮ ਰੱਖਿਆ ਸੀਗਾ ਤੇ ਮੈਡਮ ਨੂੰ ਰਿਕੁਐਸਟ ਕੀਤੀ ਸੀਗੀ ਕਿ ਜੇ ਮੈਡਮ ਇੱਥੇ ਆਉਣ ਔਰ ਇਹਨੂੰ ਸਾਡੀ ਓਕੇਸ਼ਨ ਨੂੰ ਗ੍ਰੇਸ ਕਰਨ ਤਾਂ ਹਾਂਜੀ ਜਿਹੜੇ ਮਿਥਸ ਨੇ ਜਿਹੜੇ ਫੈਕਟਸ ਨੇ ਉਹ ਕੀ ਨੇ ਜੀ ਜਿਹੜੇ ਆਮ ਜਨਤਾ ਵਿੱਚ ਜਿਹੜੇ ਮਿਥ ਹੈਗੇ ਆ ਉਹਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਹੈਗਾ ਕਿ ਲੋਕਾਂ ਨੂੰ ਇਹ ਲੱਗਦਾ ਆ ਕਿ ਇਹ ਜਿੰਨੀਆਂ ਵੀ ਬਿਮਾਰੀਆਂ ਹੁੰਦੀਆਂ ਆ ਇਹ ਭੂਤ ਪ੍ਰੇਤ ਕਰਕੇ ਹੁੰਦੀਆਂ ਆ ਜਾਂ ਸਪਿਰਿਟਸ ਕਰਕੇ ਹੁੰਦੀਆਂ ਆ ਔਰ ਇਹਨਾਂ ਦਾ ਇਲਾਜ ਬਾਬਿਆਂ ਕੋਲ ਹੀ ਹੈਗਾ। ਤੁਹਾਨੂੰ ਆਸੇ-ਪਾਸੇ ਜਿੰਨੇ ਵੀ ਤੁਸੀਂ ਫੇਥ ਹੀਲਰਸ ਕੋਲ ਜਾਓਗੇ ਤੁਹਾਨੂੰ ਉਹਦੇ ਵਿੱਚੋਂ 60 ਤੋਂ 70% ਪੇਸ਼ੈਂਟ ਸਾਡੇ ਹੀ ਮਿਲਣਗੇ ਔਰ ਕਈ ਪੇਸ਼ੈਂਟ ਆਪਾਂ ਇਦਾਂ ਦੇ ਵੀ ਦੇਖੇ ਆ ਜਿਹੜੇ ਸਾਲੋਂ ਵੱਧੀ ਉੱਥੇ ਹੀ ਜਾਂਦੇ ਰਹਿੰਦੇ ਆ 5-5 6-6 ਸਾਲ ਜਿਹਦੇ ਕਰਕੇ ਉਹਨਾਂ ਦੀ ਬਿਮਾਰੀ ਵੱਧ ਜਾਂਦੀ ਹੈ ਔਰ ਫਿਰ ਜਦੋਂ ਉਹ ਇੱਥੇ ਆਉਂਦੇ ਆ ਤਾਂ ਠੀਕ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ। ਇਸ ਕਰਕੇ ਮੇਰਾ ਸੰਦੇਸ਼ ਹੈਗਾ ਕਿ ਜਿੰਨੇ ਵੀ ਆਪਾਂ ਹੈਗੇ ਆ ਮੀਡੀਆ ਵਾਲੇ ਹੋ ਗਏ, ਜੁਡੀਸ਼ਰੀ ਹੋ ਗਈ, ਸਟੂਡੈਂਟਸ ਹੋ ਗਏ, ਸਾਨੂੰ ਸਾਰਿਆਂ ਨੂੰ ਰਲ ਕੇ ਆਸੇ-ਪਾਸੇ ਸਾਡੇ ਸਮਾਜ ਨੂੰ ਐਜੂਕੇਟ ਕਰਨਾ ਚਾਹੀਦਾ ਆ ਜਾਂ ਸਮਝਾਉਣਾ ਚਾਹੀਦਾ ਆ ਕਿ ਇਹ ਇਲਨੈਸਿਸ ਜਿਹੜੀਆਂ ਆ ਟ੍ਰੀਟੇਬਲ ਹੈਗੀਆਂ ਜਿੱਦਾਂ ਕਿ ਬਾਕੀ ਬਿਮਾਰੀਆਂ। ਇਹਨੂੰ ਲੁਕੋ ਕੇ ਨਾ ਰੱਖੋ, ਇਹਦੇ ਲਈ ਸਾਹਮਣੇ ਆਓ। ਤੁਸੀਂ ਬਾਹਰ ਦੇ ਦੇਸ਼ਾਂ 'ਚ ਜਾਓਗੇ ਉੱਥੇ ਸਾਈਕੈਟਰਿਸਟ ਵੀ ਜ਼ਿਆਦਾ ਹੈਗੇ ਆ ਔਰ ਲੋਕਾਂ ਵਿੱਚ ਅਵੇਅਰਨੈਸ ਹੋਣ ਕਰਕੇ ਲੋਕਾਂ ਨੂੰ ਪਤਾ ਹੁੰਦਾ ਸਾਈਕੈਟਰਿਸਟ ਕੋਲ ਜਾਣਾ ਆ। ਪਰ ਸਾਡੇ ਪੰਜਾਬ ਵਿੱਚ ਜਾਂ ਕਹਿ ਲਓ ਇੰਡੀਆ ਵਿੱਚ ਜਿੱਦਾਂ ਹੀ ਤੁਸੀਂ ਸਾਈਕੈਟਰਿਸਟ ਦਾ ਨਾਮ ਲਓਗੇ ਸ਼ਾਇਦ ਪਹਿਲਾ ਵਰਡ ਆਏਗਾ ਪਾਗਲਾਂ ਦਾ ਡਾਕਟਰ, ਨਹੀਂ ਆਪਾਂ ਉਹਦੇ ਕੋਲ ਨਹੀਂ ਜਾਣਾ, ਪਾਗਲਖਾਨੇ ਨਹੀਂ ਆਪਾਂ ਨਹੀਂ ਜਾਣਾ। ਤੁਸੀਂ ਕਹਿ ਲਓ ਇੰਸਟੀਚਿਊਟ ਆਫ ਮੈਂਟਲ ਹੈਲਥ, ਇਹ ਜਿਹੜਾ ਸਾਡਾ ਹਸਪੀਟਲ ਆ ਇੱਥੇ ਮੈਂਟਲੀ ਮਾਨਸਿਕ ਬਿਮਾਰੀਆਂ ਦਾ ਇਲਾਜ ਹੁੰਦਾ ਆ। ਜਿਹਨੂੰ ਸਾਈਕੋਥੈਰੇਪੀ ਦੀ ਲੋੜ ਆ ਉਹਨੂੰ ਸਾਈਕੋਥੈਰੇਪੀ, ਜਿਹਨੂੰ ਦਵਾਈਆਂ ਦੀ ਲੋੜ ਆ ਉਹਨੂੰ ਦਵਾਈਆਂ, ਜੇ ਐਡਮਿਸ਼ਨ ਦੀ ਲੋੜ ਆਪਾਂ ਐਡਮਿਸ਼ਨ ਵੀ ਕਰਦੇ ਹਾਂ। ਜ਼ਿਆਦਾਤਰ ਮਰੀਜ਼ ਠੀਕ ਹੋ ਜਾਂਦੇ ਆ, 70 to 80% ਆਫ ਦਾ ਪੇਸ਼ੈਂਟ ਇੰਪਰੂਵਸ। 20% ਕ੍ਰੋਨਿਕ ਹੋ ਜਾਂਦੇ ਆ। ਕ੍ਰੋਨਿਕ ਮੀਨਸ ਉਹਨਾਂ ਨੂੰ ਸ਼ਾਇਦ ਮੈਂਟਲ ਹਸਪੀਟਲ ਰਹਿਣਾ ਪੈਂਦਾ ਆ ਸਾਰੀ ਉਮਰ। ਕ੍ਰੋਨਿਸਿਟੀ ਤਾਂ ਹਰ ਬਿਮਾਰੀ 'ਚ ਹੁੰਦੀ ਆ। ਤੁਸੀਂ ਡਾਇਬੀਟੀਜ਼ ਲੈ ਲਓ, ਹਾਈਪਰਟੈਂਸ਼ਨ ਲੈ ਲਓ, ਉਹਦੇ ਵਿੱਚ ਵੀ ਇਦਾਂ ਦੀ ਬਿਮਾਰੀਆਂ ਵਿੱਚ ਕਈ ਵਾਰੀ ਸਾਨੂੰ 2-2 3-3 ਗੋਲੀਆਂ ਦੇਣ ਦੇ ਬਾਵਜੂਦ ਵੀ ਮਰੀਜ਼ ਦਾ ਬੀਪੀ ਔਰ ਸ਼ੂਗਰ ਕੰਟਰੋਲ ਨਹੀਂ ਹੁੰਦੀ। ਉੱਦਾਂ ਹੀ ਸਾਡੇ ਇੱਥੇ ਵੀ ਕਈ ਮਰੀਜ਼ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਜਿੰਨੀ ਵੀ ਦਵਾਈ ਦੇ ਦਈਏ ਜਾਂ ਜੋ ਵੀ ECT ਵੀ ਲਾ ਦਈਏ ਪੇਸ਼ੈਂਟ ਇੰਪਰੂਵ ਨਹੀਂ ਹੁੰਦਾ। ਤਾਂ ਇਦਾਂ ਦੇ ਮਰੀਜ਼ਾਂ ਨੂੰ ਇੱਥੇ ਰੱਖਣਾ ਜ਼ਰੂਰੀ ਹੈਗਾ ਕਿਉਂਕਿ ਘਰ ਵਾਲੇ ਇਦਾਂ ਦੇ ਮਰੀਜ਼ ਨੂੰ ਹੈਂਡਲ ਨਹੀਂ ਕਰ ਸਕਦੇ। ਕਿੰਨੇ ਚਿਰ ਐਸੇ ਜਿਹੜੇ ਪੇਸ਼ੈਂਟ ਨੇ ਜਿਹੜੇ ਤੁਹਾਡੇ ਕੋਲ ਐਡਮਿਟ ਇਸ ਵੇਲੇ ਸਾਡੇ ਕੋਲ 249 ਪੇਸ਼ੈਂਟਸ ਹੈਗੇ ਆ। ਹਾਂਜੀ, ਜਿਹਦੇ ਵਿੱਚੋਂ ਲਗਭਗ
50 ਤੋਂ 60 ਮਰੀਜ਼ ਇਦਾਂ ਦੇ ਹੈਗੇ ਜਿਹੜੇ ਬਿਲਕੁਲ ਠੀਕ ਹੈਗੇ, ਪਰ ਇਹਨਾਂ ਨੂੰ ਆਪਾਂ ਇਸ ਕਰਕੇ ਨਹੀਂ ਘਰ ਭੇਜ ਪਾ ਰਹੇ ਕਿਉਂਕਿ ਘਰ ਵਾਲਿਆਂ ਨੇ ਇਹਨਾਂ ਨੂੰ ਕਹਿ ਲਓ ਡਿਸੋਨ ਕਰਤਾ, ਛੱਡਤਾ, ਲੈ ਕੇ ਜਾ ਕੇ ਰਾਜ਼ੀ ਨਹੀਂ ਆ। ਕੁਝ ਦੇ ਮਾਪਿਓ ਨਹੀਂ ਹੈਗੇ। ਜਿਹੜੇ ਮਰੀਜ਼ ਸੈਟਲਡ ਹੈਗੇ ਆ, ਜਿਨ੍ਹਾਂ ਦੇ ਕੋਈ ਲੈ ਕੇ ਜਾਣ ਵਾਲਾ ਨਹੀਂ ਹੈਗਾ, ਉਹਨਾਂ ਲਈ ਸਰਕਾਰ ਨੇ ਪਹਿਲ ਕੀਤੀ ਆ। ਤਾਂ ਇੱਕ ਹਾਫਵੇ ਹੋਮ, ਯਾਨੀ ਜਿਹੜੇ ਮਰੀਜ਼ ਸੈਟਲਡ ਹੈਗੇ ਆ, ਜਿਨ੍ਹਾਂ ਦਾ ਘਰ-ਬਾਰ ਨਹੀਂ ਹੈਗਾ, ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਹੈਗੀਆਂ ਕਿ ਉਹਨਾਂ ਲਈ ਕੋਈ ਇੱਦਾਂ ਦੀ ਰਹਿਣ ਦਾ ਇੰਤਜ਼ਾਮ ਕੀਤਾ ਜਾਏ ਤਾਂ ਕਿ ਉਹ ਮੈਂਟਲ ਹਸਪਤਾਲ 'ਚ ਸਾਰੀ ਜ਼ਿੰਦਗੀ ਨਾ ਕੱਢ ਦੇਣ। ਤਾਂ ਮੈਂਟਲ ਹਸਪਤਾਲ ਵਿੱਚ ਸਭ ਤੋਂ ਪਹਿਲਾਂ ਹਾਫਵੇ ਹੋਮ ਪੰਜਾਬ ਦਾ ਬਣ ਰਿਹਾ, ਉਹ 1-2 ਮਹੀਨੇ ਦੇ ਅੰਦਰ ਆਪਰੇਸ਼ਨਲ ਹੋ ਜਾਏਗਾ। ਤਾਂ ਜਿਹੜੇ ਸਾਡੇ ਇੱਥੇ ਮਰੀਜ਼ ਬਿਲਕੁਲ ਸੈਟਲਡ ਹੈਗੇ ਆ, ਉੱਥੇ ਸ਼ਿਫਟ ਕਰ ਦਿੱਤੇ ਜਾਣਗੇ। ਉਹਦੇ ਲਈ ਵੀ ਮੈਡਮ ਦੇ ਸਹਿਯੋਗ ਦੀ ਸਾਨੂੰ ਲੋੜ ਪਏਗੀ ਕਿਉਂਕਿ ਮੈਡਮ ਸੈਸ਼ਨ ਜੱਜ ਹੋਣ ਦੇ ਨਾਲ ਮੈਂਟਲ ਹੈਲਥ ਰਿਵਿਊ ਬੋਰਡ ਦੇ ਚੇਅਰਮੈਨ ਵੀ ਹੈਗੇ ਆ, ਤੇ ਸਾਨੂੰ ਮੈਡਮ ਦੀ ਜਿਹੜੀ ਹੈਲਪ ਦੀ ਲੋੜ ਟਾਈਮ ਐਂਡ ਅਗੇਨ ਪੈਂਦੀ ਰਹਿੰਦੀ ਹੈ। ਤਾਂ ਉਹਨਾਂ ਨੂੰ ਵੀ ਸ਼ਿਫਟ ਕਰਨ ਤੋਂ ਪਹਿਲਾਂ ਮੈਡਮ ਦੀ ਪਰਮਿਸ਼ਨ ਹੋਣੀ ਜ਼ਰੂਰੀ ਹੈ ਕਿ ਵਾਕਈ ਇਹ ਸੈਟਲਡ ਹੈਗੇ ਔਰ ਇਹਨਾਂ ਨੂੰ ਸ਼ਿਫਟ ਕਰ ਦੇਣਾ ਚਾਹੀਦਾ। ਇਹ ਅਸਾਈਲਮ ਜਿਹੜਾ ਤੁਸੀਂ ਦੱਸਿਆ ਕਿ ਕਿੱਥੇ ਬਣ ਰਿਹਾ ਉਹ ਇਹ ਅਸਾਈਲਮ ਨਹੀਂ ਹੈਗਾ, ਇਹ ਹਾਫਵੇ ਹੋਮ ਇਹਨੂੰ ਕਹਿੰਦੇ ਆ ਆਪਾਂ। ਹਾਫਵੇ ਹੋਮ ਮੀਨਸ ਮਰੀਜ਼ਾਂ ਲਈ ਘਰ, ਜਿਹੜਾ ਕਿ ਬਿਲਕੁਲ ਤੁਹਾਨੂੰ ਦੇਖ ਕੇ ਲੱਗੂਗਾ ਕਿ ਇਹ ਘਰ ਵਰਗਾ ਹੀ ਹੈਗਾ। ਇਹ ਮੈਂਟਲ ਹਸਪੀਟਲ ਦੇ ਵਿੱਚ ਪਹਿਲਾਂ ਐਸਐਮਓ ਫਲੈਟਸ ਹੋਇਆ ਕਰਦੇ ਸੀਗੇ, ਉਹ ਉੱਥੇ ਕੋਈ ਆਇਆ ਨਹੀਂ ਕਿ ਕਾਫੀ ਸਾਲਾਂ ਤੋਂ, 16 ਸਾਲ 17 ਸਾਲਾਂ ਤੋਂ, ਉਹ ਕਾਫੀ ਖਰਾਬ ਹੋ ਚੁੱਕੇ ਸੀਗੇ। ਉਹਨੂੰ ਰੈਨੋਵੇਟ ਕਰਕੇ ਹਾਫਵੇ ਹੋਮ ਬਣਾਇਆ। ਲਗਭਗ 25 ਤੋਂ 30 ਪੇਸ਼ੈਂਟ ਉੱਥੇ ਸ਼ਿਫਟ ਹੋਣਗੇ। ਉਹ ਮੈਂਟਲ ਹਸਪੀਟਲ ਦੇ ਕੈਂਪਸ 'ਚ ਹੀ ਹੈਗਾ। ਤੇ ਕਦੋਂ ਇਨੋਗ੍ਰੇਟ ਕਰਨਾ ਹੈ? ਇਹ 30 ਅਕਤੂਬਰ ਡੈਡਲਾਈਨ ਸੀਗੀ, ਪਰ ਸ਼ਾਇਦ ਸੁਪਰੀਮ ਕੋਰਟ ਨੇ ਉਹਨੂੰ ਥੋੜਾ ਹੋਰ ਵਧਾਇਆ ਹੈ। ਉਹਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ ਹੈਗੀ, ਪਰ ਸਾਡੀ ਕੋਸ਼ਿਸ਼ ਹੈਗੀ ਕਿ ਜਲਦ ਤੋਂ ਜਲਦ ਉਹਨੂੰ ਫੰਕਸ਼ਨਲ ਕੀਤਾ ਜਾਏ।